ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਸੁਪਰੀਮ ਕੋਰਟ ਦੀ ਰੋਕ ਦੇ ਬਾਵਜੂਦ ਵੀ ਆਖਿਰ ਕਿਉਂ ਨਹੀਂ ਖਤਮ ਹੋ ਰਿਹਾ ਕਿਸਾਨੀ ਸੰਘਰਸ਼। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਦਿੱਲੀ ਬਾਰਡਰ ਤੇ ਚੱਲ ਰਹੇ ਸੰਘਰਸ਼ ਨੂੰ ਅੱਜ 50 ਦਿਨਾਂ ਦੇ ਕਰੀਬ ਜਿਹੜਾ ਹੈਗਾ ਸਮਾਂ ਬੀਤ ਚੁੱਕਿਆ ਹੈ ਤੇ ਸੁਪਰੀਮ ਕੋਰਟ ਨੇ ਲੰਘੇ ਦਿਨ ਇਹ ਕੇਂਦਰ ਸਰਕਾਰ ਅਤੇ ਕਿਸਾਨ ਜਥੇਬੰਦੀਆਂ ਵਿਚਕਾਰ ਬਣੇ ਜਮੂਦ ਨੂੰ ਤੋੜਨ ਲਈ ਇਹਨਾਂ ਖੇਤੀ ਕਾਨੂੰਨਾਂ ਤੇ ਅਗਲੇ ਹੁਕਮਾਂ ਤੱਕ ਰੋਕ ਲਾ ਦਿੱਤੀ ਹੈ ਤੇ ਇੱਕ ਕਮੇਟੀ ਦਾ ਜਿਹੜਾ ਬਣਾਈ ਗਈ ਹੈ ਜੋ ਕਿ ਕੇਂਦਰ ਅਤੇ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਕੇ ਇਹਨਾਂ ਕਾਨੂੰਨਾਂ ਦਾ ਹੱਲ ਕੱਢੇਗੀ। ਪਰ ਕਿਸਾਨ ਜਥੇਬੰਦੀਆਂ ਨੇ ਹਲੇ ਵੀ ਇਸ ਸੰਘਰਸ਼ ਨੂੰ ਜਾਰੀ ਰੱਖਣ ਦਾ ਐਲਾਨ ਕੀਤਾ ਹੈਗਾ। ਆਖਿਰ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਤੋਂ ਬਾਅਦ ਵੀ ਜਿਹੜਾ ਹੈਗਾ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਰੁਕਣ ਦਾ ਨਾਮ ਕਿਉਂ ਨਹੀਂ ਲੈ ਰਿਹਾ? ਅਸਲ ਦੇ ਵਿੱਚ ਸੰਘਰਸ਼ ਜਿਹੜੀ ਗੱਲ ਨੂੰ ਲੈ ਕੇ ਹੋ ਰਿਹਾ ਹੈ ਉਹਨੂੰ ਤਾਂ ਕਿਸੇ ਨੇ ਐਡਰੈਸ ਹੀ ਨਹੀਂ ਕੀਤਾ। ਐਕਚੁਅਲੀ ਦੇਸ਼ ਦੇ ਵਿੱਚ ਜਿਹੜਾ ਤੰਤਰ ਬਣਿਆ ਹੁੰਦਾ, ਜਿਹੜਾ ਪੋਲੀਟੀਕਲ ਤੰਤਰ ਹੈ ਸਾਡਾ, ਉਹ ਨਾਗਰਿਕ ਦੇ ਨਾਲ ਜਿਹੜਾ ਵੋਟ ਲੈਣ ਵਾਲਾ ਬੰਦਾ, ਜਿਹੜੀ ਸਰਕਾਰ ਬਣਦੀ ਹੈ, ਜਿਹੜੀ ਵਿਧਾਨ ਪਾਲਕ ਹੈ ਤੇ ਉਸ ਤੋਂ ਬਾਅਦ ਐਗਜ਼ੈਕਟਿਵ ਬਣਦੀ ਹੈ, ਉਹਦੀ ਜ਼ਿੰਮੇਵਾਰੀ ਹੁੰਦੀ ਹੈ। ਉਹਦੇ ਨਾਲ ਗੱਲਬਾਤ ਡਾਇਰੈਕਟਲੀ ਚੱਲ ਰਹੀ ਹੈ ਤੇ ਵਿੱਚੋਂ ਕੁਝ ਸਰਕਾਰੀ ਟਾਈਪ ਦੀਆਂ ਜਥੇਬੰਦੀਆਂ ਜਾਂ ਸਰਕਾਰ ਦੀ ਸਹਿਮਤੀ ਨਾਲ ਵੀ ਲੋਕ ਇਹ ਕਹਿ ਰਹੇ ਨੇ ਕਿ ਕੁਝ ਲੋਕ ਸੁਪਰੀਮ ਕੋਰਟ ਚਲੇ ਗਏ। ਕਿਸਾਨ ਜਥੇਬੰਦੀਆਂ ਤਾਂ ਸੁਪਰੀਮ ਕੋਰਟ ਗਈਆਂ ਨਹੀਂ ਤੇ ਉੱਥੇ ਸੁਪਰੀਮ ਕੋਰਟ ਨੇ ਬੜੀ ਜਲਦਬਾਜ਼ੀ ਦੇ ਵਿੱਚ ਇੱਕ ਫੈਸਲਾ ਦਿੱਤਾ ਹੈ। ਫੈਸਲਾ ਇਹ ਹੈ ਕਿ ਜਿਹਦੇ ਤੇ ਜਿਹੜਾ ਫੈਸਲਾ ਖੁਦ ਹੀ ਸਵਾਲਾਂ ਦੇ ਘੇਰੇ ਦੇ ਵਿੱਚ ਹੈ। ਉਹ ਇਸ ਕਰਕੇ ਹੈ ਕਿਉਂਕਿ ਅੱਜ ਵੀ ਕਈ ਜਿਹੜੇ ਦੇਸ਼ ਦੇ ਟੌਪ ਦੇ ਬੁੱਧੀਜੀਵੀ ਨੇ ਉਹਨਾਂ ਨੇ ਆਰਟੀਕਲ ਲਿਖੇ ਨੇ, ਅਖਬਾਰਾਂ ਨੇ ਐਡੀਟੋਰੀਅਲ ਲਿਖੇ ਨੇ ਔਰ ਉਹ ਆਰਟੀਕਲ ਇਹ ਕਹਿੰਦੇ ਨੇ ਕਿ ਜਿਹੜਾ ਫੈਸਲਾ ਸੁਪਰੀਮ ਕੋਰਟ ਨੇ ਕੀਤਾ, ਸੁਪਰੀਮ ਕੋਰਟ ਦੀ ਆਪਦੀ ਜੱਜਮੈਂਟ ਦੇ ਵੀ ਜਿਹੜੇ 11 ਪੇਜ ਨੇ, ਜੇ ਉਹਦੇ 'ਚ ਤੁਸੀਂ ਪੜ੍ਹਦੇ ਹੋ, ਉਹਦੇ 'ਚ ਲਿਖਿਆ ਕਿ ਉਹਨਾਂ ਦੇ ਸਾਹਮਣੇ 3-4 ਗੱਲਾਂ ਆਈਆਂ ਸੀ। ਇੱਕ ਇਹ ਵੀ ਆਈ ਕਿ ਇਹ ਕਾਨੂੰਨ ਗੈਰ ਵਿਧਾਨਕ ਨੇ, ਗੈਰ ਸੰਵਿਧਾਨਕ ਹੋਣ ਕਰਕੇ ਇਹਨਾਂ ਨੂੰ ਰੱਦ ਕਰਨਾ ਚਾਹੀਦਾ ਹੈ। ਇਹ ਵੀ ਪਾਰਟੀਸ਼ਨ ਜਿਹੜੀ ਉਹਦੇ 'ਚ ਆਈ ਕਿ ਉੱਥੇ ਲੋਕ ਬੈਠੇ ਹੋਏ ਨੇ, ਬਾਕੀ ਦੇ ਲੋਕਾਂ ਨੂੰ ਤਕਲੀਫ ਹੁੰਦੀ ਹੈ, ਇਹੋ ਜਿਹੀ ਵੀ ਆਈ ਕਿ ਵਿਧਾਨਕ ਨੇ। ਤੇ ਹੁਣ ਇਹਨਾਂ 'ਚੋਂ ਫੈਸਲਾ ਕਰਨ ਦੀ ਬਜਾਏ ਸੁਪਰੀਮ ਕੋਰਟ ਕਿਉਂਕਿ ਲਾਅ ਪੁਆਇੰਟ ਤੇ ਗੱਲ ਕਰਦੀ ਹੈ, ਲਾਅ ਦੇ ਐਂਗਲ ਤੋਂ ਕੀ ਇਹ ਸੰਵਿਧਾਨਕ ਤੌਰ ਤੇ ਕੇਂਦਰ ਦਾ ਹੱਕ ਬਣਦਾ ਸੀ ਜਾਂ ਨਹੀਂ ਬਣਦਾ ਸੀ, ਇਹ ਡਿਸਾਈਡ ਹੋਣਾ ਚਾਹੀਦਾ ਸੀ ਅਸਲ ਦੇ ਵਿੱਚ ਤਾਂ ਇਸ਼ੂ। ਤੇ ਜਿਹੜੀ ਰੋਕ ਲਾਉਣ ਦਾ ਸਵਾਲ ਹੈ, ਔਰ ਬੜੇ ਵੱਡੇ ਸਕਾਲਰ ਨੇ ਸਾਡੇ ਕੰਟਰੀ ਦੇ, ਪ੍ਰਤਾਪ ਭਾਨੂ ਮਹਿਤਾ, ਉਹਨਾਂ ਨੇ ਆਰਟੀਕਲ ਲਿਖਿਆ। ਉਹ ਇਹ ਕਹਿੰਦੇ ਨੇ ਕਿ ਜਿਹੜਾ ਦਾਇਰਾ ਨਹੀਂ ਹੈ ਸੁਪਰੀਮ ਕੋਰਟ ਦਾ, ਉੱਧਰ ਜਾ ਕੇ ਉਹਨਾਂ ਨੇ ਬਲਕਿ ਰੋਕ ਲਾਤੀ। ਕਿਸੇ ਵਿਧਾਨ ਪਾਲਿਕਾ ਵੱਲੋਂ ਪਾਸ ਕੀਤਾ ਕਾਨੂੰਨ ਉਹ ਨੋਟੀਫਾਈ ਹੋਇਆ ਹੋਵੇ, ਉੱਤੇ ਸਟੇ ਕਰਨ ਦਾ ਉਹ ਕੋਈ ਦੱਸਿਆ ਨਹੀਂ ਅਜੇ ਤੱਕ ਕਿ ਉਹ ਕਿਹੜੀ ਤਾਕਤ ਹੈ, ਕਿਹੜੇ ਕਲੌਜ ਹੈ, ਕਿਹੜਾ ਅਧਿਕਾਰ ਹੈ ਜਿਹਦੇ ਤਹਿਤ ਉੱਤੇ ਰੋਕ ਇੰਪਲੀਮੈਂਟੇਸ਼ਨ ਤੇ ਲਾਈ ਹੋਵੇ, ਲਾਗੂ ਕਰਨ ਤੇ। ਉਹ ਵਿਧਾਨ ਪਾਲਿਕਾ ਤੇ ਨਿਆਂਪਾਲਿਕਾ ਦੇ ਵਿੱਚ ਜਿਹੜਾ ਤਾਕਤਾਂ ਦੀ ਵੰਡ ਹੈ, ਉਹ ਕਹਿੰਦਾ ਵੀ ਇਹਦੇ 'ਚ ਵੀ ਗੜਬੜ ਹੋ ਜਾਂਦੀ ਹੈ ਇਸ ਸਮੇਂ, ਸਗੋਂ ਇਸ ਤਰੀਕੇ ਦੇ ਨਾਲ ਕਿ ਤੁਸੀਂ ਜੰਪ ਮਾਰ ਕੇ ਉਹਦੇ ਖੇਤਰ 'ਚ ਚਲੇ ਗਏ ਹੋ, ਜਦ ਕਿ ਤੁਹਾਡਾ ਖੇਤਰ ਇੱਕ ਅਲੱਗ ਟਾਈਪ ਦਾ ਖੇਤਰ ਸੀ। ਤੁਸੀਂ ਇਹ ਡਿਸਾਈਡ ਕਰਨਾ ਸੀ ਅੱਜ ਤੱਕ ਕਿ ਇਹ ਫੈਸਲਾ ਜਿਹੜਾ ਹੈ ਗੈਰ ਵਿਧਾਨਕ ਹੈ ਜਾਂ ਵਿਧਾਨਕ ਹੈ, ਇਹ ਤੇ ਸੁਣਵਾਈ ਕਰਨੀ ਸੀ। ਉਹ ਕਾਂਸਟੀਟਿਊਸ਼ਨਲ ਬੈਂਚ ਦੇ ਕੋਲ ਜਾਂਦਾ, ਬੈਂਚ ਇਹਦੇ ਤੇ ਫੈਸਲਾ ਦਿੰਦਾ। ਇੱਧਰ ਕਿਉਂ ਨਹੀਂ ਗਏ? ਕਿਉਂਕਿ ਉਹਦੇ ਪਿੱਛੇ ਇਦੋਂ ਪਹਿਲਾਂ ਵੀ ਕੇਸ ਪਏ ਹੋਏ ਨੇ। ਨਾਗਰਿਕ ਸੋਧ ਬਿੱਲ ਦਾ ਕੇਸ ਪਿਆ ਹੈ, ਆ ਜਿਹੜੇ ਇਲੈਕਟੋਰਲ ਬੌਂਡ ਦਾ ਕੇਸ ਪਿਆ ਹੈ, ਜਾਂ ਹੋਰ ਕੇਸ ਪਏ ਹੋਏ ਨੇ, ਕਿਉਂਕਿ ਉਹਦੇ ਤੇ ਤੁਸੀਂ ਇਤਰਾਜ਼ ਨਹੀਂ ਕਰਦੇ। ਇੱਕ ਕੁਐਸਚਨ ਇਹ ਵੀ ਪੈਦਾ ਹੋ ਗਿਆ ਉਹਦੇ ਨਾਲ ਦੀ ਨਾਲ ਕਿ ਜਿਹੜੇ ਬਾਕੀ ਸੰਵਿਧਾਨ ਦੇ ਮਾਮਲੇ ਦੇ ਵਿੱਚ ਕੇਸ ਤੁਹਾਡੇ ਕੋਲ ਪਏ ਨੇ, ਉਹ 'ਚ ਇੰਨੀ ਫੁਰਤੀ ਕਿਉਂ ਨਹੀਂ ਦਿਖਾਈ? ਇਸ ਕੇਸ 'ਚ ਇੰਨੀ ਫੁਰਤੀ ਕਿਉਂ ਦਿਖਾਈ ਜਾ ਰਹੀ ਹੈ ਫਟਾਫਟ ਕੇ ਜੀ ਆਪਾਂ ਇੱਥੇ ਰੋਕ, ਬਾਕੀ ਕੇਸ ਤੇ ਰੋਕ ਕਦੇ ਇੰਪਲੀਮੈਂਟੇਸ਼ਨ ਬੰਦ ਨਹੀਂ ਕੀਤੀ, ਇਹ ਤੇ ਕਿਉਂ ਕੀਤੀ ਗਈ? ਇਹਦੀ ਕੋਈ ਬਹੁਤ ਜ਼ਿਆਦਾ ਵਿਆਖਿਆ ਜਾਂ ਕੋਈ ਗੱਲ ਨਹੀਂ ਮਿਲਦੀ, ਇਸ ਕਰਕੇ ਇਹ ਸਾਰਾ ਸਵਾਲ ਹੈ। ਤੇ ਉਹਦੇ 'ਚੋਂ ਹੀ ਅੱਗੇ ਜਾ ਕੇ ਸਵਾਲ ਇਹ ਹੈ ਕਿ ਜਿਹੜੀ ਹੁਣ ਇਹ ਕਮੇਟੀ ਬਣ ਗਈ ਜਾਂ ਬਾਕੀ ਦੀਆਂ ਚੀਜ਼ਾਂ ਨੇ, ਇਹ ਕਮੇਟੀ ਕਿਹਦੇ ਨਾਲ ਰਾਏ ਕਰਕੇ ਬਣੀ, ਕਿਹਦੀ ਰਾਏ ਸੀ ਕਿ ਕੌਣ ਦੇਗਾ ਬੰਦੇ, ਕਿਹੋ ਜਿਹੇ ਬੰਦੇ ਹੋਣਗੇ, ਇਹ ਸਾਰਾ ਸਵਾਲ ਵੀ ਅੰਡਰ ਕੁਐਸਚਨ ਹੈ, ਤੁਹਾਡੇ ਸਾਹਮਣੇ ਹੈ। ਤੇ ਹੁਣ ਇਸੇ ਦੇ ਵਿੱਚੋਂ ਹੀ ਕਿਸਾਨ ਇਹ ਕਹਿ ਰਹੇ ਨੇ ਕਿ ਸਾਡਾ ਜਿਹੜਾ ਅਸਲ 'ਚ ਮੁੱਦਾ ਸੀ ਉਹ ਸੀਗਾ ਕਾਨੂੰਨ ਵਾਪਸ ਕਰਾਉਣ ਦਾ। ਇਹਦੇ ਤੇ ਇੱਕ ਬੜਾ ਵੱਡਾ ਅੰਦੋਲਨ ਚੱਲ ਰਿਹਾ। ਕਾਨੂੰਨ ਵਾਪਸ ਕਰਾਉਣ ਦੀ ਮੰਗ ਕਿਤੋਂ ਕੀਤੀ ਜਾਂਦੀ ਹੈ? ਜਿਹਨੇ ਕਾਨੂੰਨ ਬਣਾਇਆ ਤੇ ਜਿਹਨੇ ਕਾਨੂੰਨ ਬਣਾਇਆ ਉਹਦੇ ਖਿਲਾਫ ਐਡਾ ਲੰਮਾ ਸੰਘਰਸ਼ ਹੈ ਤੇ ਇੰਨੀਆਂ ਜਾਨਾਂ ਚਲੀਆਂ ਗਈਆਂ ਨੇ। ਤੇ ਕਿਤੇ ਨਾ ਕਿਤੇ ਮਹਾਰਾਂ ਦਾ ਇਹ ਕਹਿਣਾ ਕਿ ਉਹਦੇ ਗਲ 'ਚ ਜਿਹੜਾ ਇੱਕ ਮਤਲਬ ਰੱਸਾ ਪਿਆ ਸੀ, ਉਹ ਕਢਵਾ ਕੇ ਸੁਪਰੀਮ ਕੋਰਟ ਨੇ ਆਪਣੇ ਗਲ 'ਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਪਾ ਲਿਆ। ਉਹ ਜਿਹੜਾ ਗਲਤ ਹੈ ਉਹਨੂੰ ਇੱਕ ਟਾਈਪ ਦਾ ਬਰੀ ਕਰਤਾ। ਹੁਣ ਉਹ ਸਰਕਾਰ ਇੱਕ ਹੋਰ ਬਹੁਤ ਖਤਰਨਾਕ ਉਹਦੇ 'ਚ ਗੱਲ ਜਿਹੜੀ ਲਿਖਤੀ, ਕਿਸੇ ਵੀ ਇੱਕ ਧਿਰ ਦੇ ਬੰਦੇ ਤੋਂ
ਪਵਾ ਕੇ ਤੁਸੀਂ ਕਿ ਜੀ ਉੱਥੇ ਤੱਕ ਖਾਲਿਸਤਾਨੀ ਸਪੋਰਟ ਕਰ ਰਹੇ ਨੇ ਇਸ ਮੂਵਮੈਂਟ ਨੂੰ ਜੀ ਤੇ ਨਾਲ ਅਟਾਰਨੀ ਜਨਰਲ ਵੀ ਲਿਖਤਾ ਵੀ ਅਟਾਰਨੀ ਜਨਰਲ ਨੇ ਵੀ ਇਸ ਗੱਲ ਨੂੰ ਐਂਡੋਰਸ ਕੀਤਾ ਹੈ। ਜੀ ਸੁਪਰੀਮ ਕੋਰਟ ਇਹ ਤਾਂ ਪੁੱਛ ਸਕਦੀ ਕੀ ਤੱਥ ਹੈ ਤੇਰੇ ਕੋਲ, ਜੀ ਕਿੱਥੋਂ ਆਏ ਨੇ, ਇਹਦੀ ਬੁਨਿਆਦ ਕੀ ਹੈ। ਤੁਸੀਂ ਜ਼ਬਰਦਸਤੀ ਇੱਕ 3.5 ਪੌਣੇ 4 ਮਹੀਨਿਆਂ ਤੋਂ ਚੱਲ ਰਹੇ ਸ਼ਾਂਤਮਈ ਅੰਦੋਲਨ ਤੇ ਇੱਕ ਲਾਂਛਨ ਲਾ ਰਹੇ ਹੋ, ਜੀ ਇੱਕ ਇਲਜ਼ਾਮ ਲਾ ਰਹੇ ਹੋ। ਉਸ ਇਲਜ਼ਾਮ ਦਾ ਵਜੂਦ ਕੀ ਹੈ, ਉਹਦੇ ਪਿੱਛੇ ਤੱਕ ਤੁਹਾਡੇ ਕੋਲ ਕੀ ਹੈ, ਇਹ ਤਾਂ ਦੱਸੋ। ਜੀ ਉਹਨੂੰ ਜੱਜਮੈਂਟ 'ਚ ਕੋਟ ਕਰ ਦਿੱਤਾ ਗਿਆ। ਇਹਦਾ ਮਤਲਬ ਇਹ ਹੈ ਤੁਸੀਂ ਇੱਕ ਵੱਡੀ ਧਿਰ ਨੂੰ ਜਾਣਬੁੱਝ ਕੇ ਇੱਕ ਖਾਸ ਪਾਸੇ ਧੱਕਣਾ ਚਾਹੁੰਦੇ ਹੋ ਤਾਂ ਕਿ ਉਹ ਖਾਸ ਪਾਸੇ ਧੱਕਣ ਤੋਂ ਬਾਅਦ ਫਿਰ ਇਹਨੂੰ ਕਿਸਾਨੀ ਦਾ ਜਿਹੜਾ ਬੁਨਿਆਦੀ ਇਸ਼ੂ ਹੈ ਉਹ ਤੋਂ ਡਾਇਵਰਟ ਕਰਕੇ ਤੁਸੀਂ ਇਹਨੂੰ ਉਹ ਰੰਗਤ ਦੇ ਦੇਣਾ ਚਾਹੁੰਦੇ ਹੋ। ਇਹ ਗੱਲਾਂ ਨੇ ਜਿਹੜੀਆਂ ਕਿਸਾਨ ਸੰਘਰਸ਼ ਨੂੰ ਤੇ ਕਿਸਾਨੀ ਦਾ ਸੰਘਰਸ਼ ਲੜਨ ਵਾਲੇ ਆਗੂਆਂ ਨੂੰ ਪਰੇਸ਼ਾਨ ਕਰ ਰਹੀਆਂ ਨੇ। ਇਸੇ ਕਰਕੇ ਉਹਨਾਂ ਨੇ ਇਹ ਫੈਸਲਾ ਲੈ ਲਿਆ ਕਿ ਅਸੀਂ ਇਹ ਕਿਹਾ ਨਹੀਂ ਸੀ, ਜੀ ਅਸੀਂ ਸਿਧਾਂਤਕ ਤੌਰ ਤੇ ਹੀ ਕਿਸੇ ਵੀ ਕਮੇਟੀ ਦੇ ਖਿਲਾਫ ਹਾਂ। ਜੀ ਬਿਲਕੁਲ ਮਤਲਬ ਇਹ ਤਾਂ ਕਮੇਟੀ ਉਹ ਇਹੋ ਜਿਹੀ ਬਣਾਤੀ ਜਿਹੜੀ ਦੇ ਤਾਂ ਜਾਇਆ ਹੀ ਨਹੀਂ ਜਾ ਸਕਦਾ। ਅਸੀਂ ਸਿਧਾਂਤਕ ਤੌਰ ਤੇ ਖਿਲਾਫ ਸੀ ਕਿਉਂਕਿ ਕਮੇਟੀਆਂ ਉਦੋਂ ਬਣਦੀਆਂ ਨੇ ਜਦੋਂ ਕਨਫਿਊਜ਼ਨ ਕਿਸੇ ਗੱਲ ਤੇ ਹੁੰਦੀ ਹੈ, ਕਿਸੇ ਗੱਲ ਤੇ ਰਿਸਰਚ ਹੋਣੀ ਹੁੰਦੀ ਹੈ। ਜਦ ਸਰਕਾਰ ਤੇ ਕਿਸਾਨ ਆਪੋ ਸਾਹਮਣੇ ਗੱਲ ਕਰ ਰਹੇ ਨੇ, ਉਹ 'ਚ ਕਮੇਟੀ ਦਾ ਤੁਕੇ ਕੋਈ ਨਹੀਂ ਹੈ। ਦੋ ਧਿਰਾਂ ਨੇ, ਇੱਕ ਨੂੰ ਇਤਰਾਜ਼ ਹੈ ਤੇ ਦੂਜੀ ਧਿਰ ਇਹ ਕਹਿ ਰਹੀ ਹੈ ਤੇ ਤੁਸੀਂ ਕੰਸਲਟੇਸ਼ਨ ਕਿਹਦੇ ਨਾਲ ਕੀਤੀ। ਇਹੀ ਦੋਸ਼ ਉਹ ਲਾ ਰਹੇ ਨੇ ਕਿ ਕਿਸੇ ਨਾਲ ਬਿਨਾਂ ਕੰਸਲਟੇਸ਼ਨ ਤੋਂ ਤੁਸੀਂ ਕਾਨੂੰਨ ਬਣਾਤੇ। ਹੁਣ ਬਿਨਾਂ ਉਸ ਧਿਰ ਦੀ ਰਾਏ ਤੇ ਕੰਸਲਟੇਸ਼ਨ ਤੋਂ ਤੁਸੀਂ ਇੱਕ ਕਮੇਟੀ ਬਣਾਤੀ। ਇਹਦੇ ਕਰਕੇ ਇਹ ਅੰਦੋਲਨ ਰੁਕ ਇਸ ਕਰਕੇ ਨਹੀਂ ਸਕਦਾ ਕਿਉਂਕਿ ਇਸ ਅੰਦੋਲਨ ਦੇ ਸੁਪਰੀਮ ਕੋਰਟ ਨੇ ਆਪਣੀ ਜੱਜਮੈਂਟ 'ਚ ਲਿਖਿਆ ਕਿ ਅਸੀਂ ਇਸ ਕਰਕੇ ਰੋਕ ਲਾਈ ਹੈ ਉਸ ਖਾਰ ਦੀ ਟਾਈਮ ਬੀਂਗ ਕਿ ਕਿਸਾਨਾਂ ਦਾ ਭਰੋਸਾ ਇਹਦੇ 'ਚ ਬਣ ਜੇ, ਕਿ ਭਰੋਸੇ ਦੀ ਗੱਲ ਹੋ ਜੇ। ਕਿਸਾਨਾਂ ਤੇ ਸਰਕਾਰ 'ਚ ਵੀ ਬੇਭਰੋਸਗੀ ਕਿਹੜੀ ਗੱਲ ਦੀ ਹੈ? ਨੰਬਰ 1 ਪਹਿਲੀ ਬੇਭਰੋਸਗੀ ਇਹ ਹੈ ਕਿ ਉਹ ਸਵਾਲ ਕਰਦੇ ਨੇ ਕਿ ਕਰੋਨਾ ਦੇ ਵਿੱਚ ਤੁਹਾਨੂੰ ਇਹ ਕਾਨੂੰਨ ਆਰਡੀਨੈਂਸ ਲਿਆਉਣ ਦੀ ਜ਼ਰੂਰਤ ਕੀ ਪੈ ਗਈ ਸੀ, ਇਹਦਾ ਜਵਾਬ ਦਿਓ। ਅੱਜ ਤੱਕ ਦੇਸ਼ ਦੀ ਸਰਕਾਰ ਕੋਲ ਕੋਈ ਜਵਾਬ ਨਹੀਂ ਹੈ ਕਿ ਕਿਉਂ ਲਿਆਂਦਾ। ਤੇ ਇਸੇ ਕਰਕੇ ਉਹਨਾਂ ਨੂੰ ਲੱਗਦਾ ਕਿ ਤੁਹਾਡੀ ਸਾਜ਼ਿਸ਼ ਹੈ। ਦੂਜੀ ਗੱਲ ਉਹ ਇਹ ਪੁੱਛਦੇ ਨੇ ਕਿ ਜੇ ਆਰਡੀਨੈਂਸ ਵੀ ਆ ਗਏ ਸੀ ਜਦੋਂ ਦਾ ਅਸੀਂ ਵਿਰੋਧ ਕਰ ਰਹੇ ਹਾਂ, ਜੇ ਰਾਜ ਸਭਾ ਦੇ ਵਿੱਚ 8 MP ਉੱਠ ਕੇ ਕਹਿ ਰਹੇ ਸੀ ਕਿ ਵੋਟਿੰਗ ਕਰਾਓ, ਤੁਸੀਂ ਵੋਟਿੰਗ ਕਿਉਂ ਨਹੀਂ ਹੋਣ ਦਿੱਤੀ? ਇਹ ਵੀ ਬੇਭਰੋਸਗੀ ਪੈਦਾ ਕਰਨ ਵਾਲੀ ਗੱਲ ਹੈ। ਤੇ ਤੀਜੀ ਗੱਲ ਉਹ ਇਹ ਕਹਿੰਦੇ ਨੇ ਬਿਨਾਂ ਕਿਸਾਨਾਂ ਨਾਲ ਕੰਸਲਟ ਕੀਤੇ ਤੇ ਬਿਨਾਂ ਰਾਜਾਂ ਨਾਲ ਕੰਸਲਟ ਕੀਤੇ ਤੁਸੀਂ ਕਾਨੂੰਨ ਬਣਾ ਰਹੇ ਹੋ। ਤੇ ਇਹਦੇ 'ਚੋਂ ਵੀ ਉਹਨਾਂ ਨੂੰ ਇਹ ਨਜ਼ਰ ਆਉਂਦਾ ਬੇਭਰੋਸਗੀ। ਤੇ ਸੁਪਰੀਮ ਕੋਰਟ ਕਹਿੰਦੀ ਹੈ ਕਿ ਬੇਭਰੋਸਗੀ ਅਸੀਂ ਦੂਰ ਕੀਤੀ ਹੈ ਇਹਦੇ ਨਾਲ। ਇਹਨੇ ਸਗੋਂ ਨਵੀਂ ਬੇਭਰੋਸਗੀ ਪੈਦਾ ਕਰਤੀ। ਨਵੀਂ ਇਸ ਕਰਕੇ ਪੈਦਾ ਕਰਤੀ ਹੈ ਕਿ ਤੁਸੀਂ ਲਾ ਪੁਆਇੰਟ ਤੇ ਗੱਲ ਨਹੀਂ ਕੀਤੀ। ਦੂਜੀ ਗੱਲ ਇਸ ਕਰਕੇ ਕਰਤੀ ਹੈ ਕਿ ਜਿਹੜੇ ਚਾਰੇ ਬੰਦਿਆਂ ਦਾ ਨਾਂ ਤੁਸੀਂ ਦੇਤਾ ਉਹ ਸਰਕਾਰੀ ਧਿਰ ਦੇ ਬੰਦੇ ਨੇ, ਪਹਿਲਾਂ ਹੀ ਉਹਨਾਂ ਕਾਨੂੰਨਾਂ ਦੇ ਪੱਖ ਦੇ ਬੰਦੇ ਨੇ। ਤੇ ਇੱਥੇ ਭਰੋਸਾ ਕਿਵੇਂ ਆਏਗਾ? ਜਦੋਂ ਬੇਭਰੋਸਗੀ ਹੈ ਤਾਂ ਉਹਦੇ ਨਾਲ ਅੰਦੋਲਨ ਖਤਮ ਕਿਵੇਂ ਹੋਏਗਾ? ਅੰਦੋਲਨ 'ਚ ਤਾਂ ਸਗੋਂ ਹੋਰ ਗੁੱਸਾ ਪੈਦਾ ਹੁੰਦਾ, ਅੰਦੋਲਨ 'ਚ ਤਾਂ ਸਗੋਂ ਹੋਰ ਪਰੇਸ਼ਾਨੀ ਪੈਦਾ ਹੁੰਦੀ ਹੈ ਕਿ ਤੁਸੀਂ ਉਹਨੂੰ ਹੋਰ ਜ਼ਿਆਦਾ ਇੱਕ ਸਿਸਟਮ ਪੂਰੇ ਦਾ ਪੂਰਾ ਉਹਨਾਂ ਦਾ ਭਰੋਸਾ, ਇਸ ਜਿਹੜਾ ਨਿਆਂਪਾਲਿਕਾ ਤੇ ਭਰੋਸਾ ਪਹਿਲਾਂ ਕਿਸਾਨ ਕਹਿੰਦੇ ਸੀ ਕਿ ਅਸੀਂ ਨਹੀਂ ਜਾਣਾ ਕੋਰਟ ਦੇ ਵਿੱਚ, ਉਹਨਾਂ ਦੇ ਖਦਸ਼ਿਆਂ ਨੂੰ ਹੋਰ ਜ਼ਿਆਦਾ ਪੱਕਾ ਕਰਦੀ ਹੈ ਉਹ ਚੀਜ਼ ਜਿਹਦੇ ਡਰ 'ਚੋਂ ਨਹੀਂ ਸੀ ਜਾਣਾ ਚਾਹੁੰਦੇ। ਹਮੀਰ ਸਿੰਘ ਜੀ, ਜਿਵੇਂ ਸੁਪਰੀਮ ਕੋਰਟ ਨੇ ਕਿਸਾਨ ਜਥੇਬੰਦੀਆਂ ਨੂੰ ਕਿਹਾ ਵੀ ਕਿ ਉਹ ਕਮੇਟੀ ਦੇ ਅੱਗੇ ਪੇਸ਼ ਹੋਣ, ਪਰ ਕਿਸਾਨ ਜਥੇਬੰਦੀਆਂ ਨੇ ਕੱਲ੍ਹ ਸ਼ਾਮ ਜਿਹੜਾ ਹੈਗਾ ਸਾਫ਼ ਕਹਿ ਦਿੱਤਾ ਵੀ ਕਿ ਅਸੀਂ ਕਿਸੇ ਕਮੇਟੀ ਅੱਗੇ ਪੇਸ਼ ਨਹੀਂ ਹੋਵਾਂਗੇ। ਜੇ ਕਿਸਾਨ ਕਮੇਟੀ ਅੱਗੇ ਪੇਸ਼ ਹੀ ਨਹੀਂ ਹੋਣਗੇ ਜਾਂ ਕੋਈ ਕਮੇਟੀ ਕੋਲ ਨਹੀਂ ਜਾਏਗਾ ਤਾਂ ਇਹ ਕਮੇਟੀ ਦਾ ਭਵਿੱਖ ਕੀ ਹੋਏਗਾ? ਉਸ ਕਮੇਟੀ ਤੇ ਤਾਂ ਅੱਜ ਹੀ ਸਵਾਲੀਆ ਨਿਸ਼ਾਨ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਤੁਸੀਂ 2.5 ਮਹੀਨੇ ਦਾ ਇੱਕ ਸਮਾਂ ਦੇਤਾ, ਲਗਭਗ 10 ਦਿਨ ਕਮੇਟੀ ਨੂੰ ਦੇਤੇ, 10 ਦਿਨਾਂ 'ਚ ਪਹਿਲੀ ਮੀਟਿੰਗ ਕਰੇਗੀ, ਫਿਰ 2 ਮਹੀਨੇ ਦਾ ਸਮਾਂ ਦੇਤਾ ਉਹਨੂੰ। ਇਹਦਾ ਮਤਲਬ ਇਹ ਹੈ ਕਿ ਕੀ ਕਿਸਾਨਾਂ ਲਈ ਇਹ ਕਹਿਤਾ ਤੁਸੀਂ 2.5 ਮਹੀਨੇ ਉੱਥੇ ਬੈਠੇ ਰਹੋ। ਤੇ ਇਹ ਵੀ ਨਾਲ ਹੈ ਕਿਉਂਕਿ ਡੈਮੋਕ੍ਰੈਟਿਕ ਰਾਈਟ ਹੈ ਵਿਚਾਰ ਪ੍ਰਗਟਾਵੇ ਦਾ ਤੇ ਸ਼ਾਂਤਮਈ ਤਰੀਕੇ ਨਾਲ ਇਕੱਠੇ ਹੋਣ ਦਾ, ਉਹਨਾਂ ਨੂੰ ਬੈਠਣ ਦਾ। ਪਹਿਲਾਂ ਹੀ ਐਡਾ ਵੱਡਾ ਨੁਕਸਾਨ ਹੋ ਗਿਆ ਤੇ ਤੁਸੀਂ ਸਰਕਾਰ ਨੂੰ ਇਹ ਕਹਿਣ ਦਾ ਮੌਕਾ ਦਿੱਤਾ ਵੀ ਹੁਣ ਤਾਂ ਕੋਰਟ ਨੇ ਕਮੇਟੀ ਬਣਾਤੀ ਜੀ, ਉਹਦੇ ਕੋਲ ਜਾਓ, ਆਪਾਂ ਤਾਂ ਹੁਣ ਕੀ ਲੈਣਾ, ਆਪਣਾ ਤਾਂ ਸਰਦਾਰਦੀ ਖਤਮ ਹੈ। ਇਸ ਕਰਕੇ ਇਹ ਜਿਹੜੀ ਚੀਜ਼ ਹੈ ਇੱਕ ਇਸ ਲੈਵਲ ਦੀ ਸਾਹਮਣੇ, ਜਦੋਂ ਅੱਜ ਹੀ ਪਹਿਲਾਂ ਹੀ ਕਿਸਾਨਾਂ ਦੇ ਜਿਹੜੇ ਵਕੀਲ ਸੀ ਉਹ ਕਹਿ ਕੇ ਆ ਗਏ ਸੀ ਉਦੋਂ, ਤੇ ਕਿਸਾਨ ਲੀਡਰਾਂ ਨੇ ਵੀ ਪ੍ਰੈਸ ਕਾਨਫਰੰਸਾਂ ਕਰਕੇ ਗਏ ਵੀ ਜੇ ਸੁਪਰੀਮ ਕੋਰਟ ਨੇ ਕੋਈ ਕਮੇਟੀ ਬਣਾਈ ਅਸੀਂ ਉਹਦੇ ਨਾਲ ਸਹਿਮਤ ਨਹੀਂ ਆ, ਉਹ ਕੋਈ ਵੀ ਕਮੇਟੀ ਹੋਵੇ, ਹੁਣ ਵਾਲੀ ਕਮੇਟੀ ਨਾਲ ਤਾਂ ਹੈ ਨਹੀਂ। ਜਦੋਂ ਜਿਹੜੀ ਧਿਰ ਦੇ ਇਤਰਾਜ਼ ਦੂਰ ਕਰਨ ਲਈ ਤੁਸੀਂ ਕਮੇਟੀ ਬਣਾਈ ਹੈ ਉਹ ਧਿਰ ਪਹਿਲਾਂ ਹੀ ਉਹਦੇ ਮੁਤਾਬਕ ਨਹੀਂ, ਉਹ ਕਹਿੰਦੇ ਵੀ ਮੈਂ ਇਹਦੇ ਨਾਲ ਮੇਰੇ ਸਹਿਮਤੀ ਨਹੀਂ ਹੈ, ਤਾਂ ਕਮੇਟੀ ਦੀ ਤੁਕ ਕੀ ਰਹੇ? ਕਮੇਟੀ ਅੱਜੇ ਗੈਰ ਪ੍ਰਸੰਗਕ ਹੈ। ਕਮੇਟੀ ਦੀ ਅੱਜੇ ਕੋਈ 2.5 ਮਹੀਨੇ ਦੇਣ ਦੀ ਤੁਕ ਹੀ ਹੈ ਨਹੀਂ, ਉਹਦੀ ਮੀਟਿੰਗਾਂ ਦਾ ਕੋਈ ਮਤਲਬ ਹੀ ਨਹੀਂ ਹੈ। ਤੇ ਜਿਹੜੀ ਧਿਰ ਧੱਕੇ ਨਾਲ ਕਹਿੰਦੀ ਹੈ ਕਾਨੂੰਨ ਲਾਗੂ ਕਰਨੇ ਨੇ, ਕਮੇਟੀ ਨੇ ਇਕੱਲੀ ਉਹਦੀ ਉਹ ਗੱਲ ਸੁਣਨੀ ਹੈ, ਉਹੀ ਸੁਣ ਕੇ ਰਿਪੋਰਟ ਦੇ ਦੇਣੀ ਹੈ, ਤਾਂ ਉਸ ਕਮੇਟੀ ਦਾ ਵਜੂਦ ਕੀ ਬਚੂਗਾ? ਉਹਦੀ ਭਰੋਸੇਯੋਗਤਾ ਕੀ ਬਚੂਗੀ? ਇਸ ਕਰਕੇ ਇਸ ਕਮੇਟੀ ਦਾ ਸ਼ੁਰੂ ਹੋਣਾ, ਇਸ ਕਮੇਟੀ ਦਾ ਸੁਣਨਾ, ਉਹਦਾ ਕੋਈ ਮਤਲਬ ਆਪਣੇ ਆਪ 'ਚ ਨਹੀਂ ਹੈ। ਔਰ ਜਿਹੜੀਆਂ ਸੂਬਾ ਸਰਕਾਰਾਂ ਨੇ ਮਤੇ ਪਾਏ ਨੇ
ਜਿਹੜੀਆਂ ਨੇ ਆਪਣੇ ਕਾਨੂੰਨ ਬਣਾਏ ਨੇ, ਉਹ ਜੇ ਜ਼ੁਬਾਨੀ ਮੌਕ ਦਰਸ਼ਕ ਬਣ ਕੇ ਸੋਚ ਰਹੀਆਂ ਨੇ, ਪੰਜਾਬ ਦੀ ਸਰਕਾਰ ਉਸ ਲੈਵਲ ਤੇ ਬੈਠੀ ਹੋਈ ਹੈ, ਹਜੇ ਕੈਬਨਿਟ ਉਹਨੇ ਬਣਾਈ ਹੈ ਪਰ ਕੋਈ ਰਿਐਕਸ਼ਨ ਉਸ ਪੱਧਰ ਦਾ ਨਹੀਂ ਹੈ, ਤਾਂ ਇਹ ਸੂਬਾ ਸਰਕਾਰਾਂ ਪੋਲੀਟੀਕਲੀ ਖੜੀਆਂ ਕਿਉਂ ਨਹੀਂ ਹੋ ਰਹੀਆਂ ਕਿ ਸਾਡੇ ਰਾਈਟ ਦੀ ਗੱਲ ਕਿੱਧਰ ਗਈ ਜੀ। ਔਰ ਇਹ ਉਹਨਾਂ ਦਾ ਵੀ ਸਵਾਲ ਹੈ, ਇਹਦਾ ਮਤਲਬ ਕਿਸਾਨਾਂ ਨੂੰ ਹੀ ਦੇਤਾ ਕਿ ਸਾਰੀ ਲੜਾਈ ਤੁਸੀਂ ਉਹ ਲੜੋ, ਫੈਡਰਲਿਜ਼ਮ ਦੀ ਵੀ, ਕਾਰਪੋਰੇਟ ਦੇ ਵੀ, ਕੋਰਟ ਦਾ ਮਾਮਲਾ ਵੀ ਆਉਂਦਾ, ਜੋ ਵੀ ਮਰਜ਼ੀ ਤੁਸੀਂ ਲੜਾਈ ਲੜੋ ਸਾਰੀਆਂ ਦੇ ਸਾਰੀਆਂ। ਇਸ ਕਰਕੇ ਇਹ ਕ੍ਰਾਈਸਿਸ ਜਿਹੜਾ ਸਾਡੀ ਪੋਲੀਟੀਕਲ ਕਲਾਸ ਦਾ ਕ੍ਰਾਈਸਿਸ ਹੈ, ਤੇ ਇਹਦੀ ਲੜਾਈ ਕਿਸਾਨਾਂ ਨੂੰ ਲੜਨੀ ਪੈ ਰਹੀ ਹੈ ਜੀ। ਹਮੀਰ ਸਿੰਘ ਜੀ, ਅੱਜ ਕਿਸਾਨ ਜਥੇਬੰਦੀਆਂ ਨੇ, ਵੱਖ-ਵੱਖ ਹੋਰਨਾਂ ਜਥੇਬੰਦੀਆਂ ਨੇ ਤੇ ਹਰ ਤਬਕੇ ਦੇ ਲੋਕਾਂ ਨੇ ਲੋਹੜੀ ਦਾ ਤਿਉਹਾਰ ਜਿਹੜਾ ਇਹ ਤਿੰਨੋਂ ਖੇਤੀ ਕਾਨੂੰਨਾਂ ਦੀ ਕਾਪੀਆਂ ਸਾੜ ਕੇ ਅੱਜ ਮਨਾਇਆ ਤੇ ਅੱਗੇ 26 ਜਨਵਰੀ ਨੂੰ ਜਿਹੜਾ ਗਣਤੰਤਰ ਦਿਵਸ ਦੀ ਪਰੇਡ ਦੇ ਨਾਲ ਕਿਸਾਨ ਜਥੇਬੰਦੀਆਂ ਨੇ ਇੱਕ ਆਪਣੀ ਟਰੈਕਟਰ ਮਾਰਚ ਪਰੇਡ ਕੱਢਣ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਦੀ ਹੋਰ ਕੀ ਰਣਨੀਤੀ ਰਹੇਗੀ? ਬਿਲਕੁਲ, ਕਿਉਂਕਿ ਜਿੰਨੇ ਵੀ ਤਿਉਹਾਰ ਹੈ ਪੈਰਲਲ ਉੱਥੇ ਮਨਾਏ ਗਏ ਨੇ। ਇਹ ਤੋਂ ਪਹਿਲਾਂ ਛੋਟੇ ਸਾਹਿਬਜ਼ਾਦਿਆਂ ਦਾ ਜਿਹੜਾ ਮਾਮਲਾ ਉਹ ਵੀ ਉੱਥੇ, ਉਦੋਂ ਪਹਿਲਾਂ ਨਗਰ ਕੀਰਤਨ ਕੱਢਿਆ ਗਿਆ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਉਤਸਵ ਸੀ ਉਹ ਵੀ ਉੱਥੇ ਮਨਾਇਆ। ਸਾਰੇ ਅਸਲ 'ਚ ਉਹ ਪਿੰਡ ਬਸ ਚੁੱਕਿਆ ਪੂਰੀ ਤਰ੍ਹਾਂ ਇੱਕ ਟਾਈਪ ਦਾ, ਤੇ ਉਹ ਪਿੰਡ ਦੀ ਜੀਵਨ ਜਾਂਚ ਇੱਕ ਖੂਬਸੂਰਤ ਇੱਕ ਸੁਪਨਿਆਂ ਦਾ ਪਿੰਡ ਹੈ ਉਹ। ਔਰ ਜੇ ਸਾਰਾ ਦੇਸ਼ ਤੇ ਸਾਰਾ ਪੰਜਾਬ ਉਹੋ ਜਿਹਾ ਪਿੰਡ ਬਣ ਜਾਏ ਜਿੱਥੇ ਮੁਹੱਬਤ ਹੈ, ਭਾਈਚਾਰਾ, ਇੱਕ ਦੂਜੇ ਦੀਆਂ ਲੋੜਾਂ ਪੂਰਾ ਕਰਨ ਦਾ ਖਿਆਲ ਰੱਖਿਆ ਜਾਂਦਾ, ਤਾਂ ਧਰਤੀ ਤੇ ਸਵਰਗ ਹੈ। ਜੇ ਸਵਰਗ ਦੇਖਣਾ ਹੋਵੇ ਉਹ ਪਿੰਡ ਹੈਗਾ, ਉਹੀ ਚੀਜ਼ ਉੱਥੇ ਆ ਜੇ ਤਾਂ ਉਸ ਸਾਰੇ ਦੇ ਸਾਹਮਣੇ ਦਿਖਾਈ ਦਿੰਦੀ ਹੈ। ਇਸੇ ਦੇ ਵਿੱਚ ਲੋਹੜੀ ਦਾ ਤਿਉਹਾਰ ਆ ਗਿਆ। ਲੋਹੜੀ ਦੇ ਤਿਉਹਾਰ ਨੂੰ ਵੀ ਉਹਨਾਂ ਨੇ ਉਸ ਵੀਰ ਕਾਬ ਨਾਲ ਜੋੜਤਾ, ਉਹਨਾਂ ਨੇ ਦੁੱਲੇ ਦੇ ਨਾਲ, ਦੁੱਲੇ ਭੱਟੀ ਦੇ ਨਾਲ ਜੋੜਤਾ। ਲੋਹੜੀ ਦੀਆਂ ਕਹਾਣੀਆਂ ਸਰਕਾਰ ਦੇ ਖਿਲਾਫ ਉਹੀ ਗੀਤ ਬਣਾਤੇ ਲੋਕਾਂ ਨੇ ਕਿ ਜਿਹੋ ਜਿਹੇ ਵੀ ਤੁਹਾਡੇ ਸਾਹਮਣੇ ਸੀ। ਇਹੀ ਇੱਕ ਅੰਦੋਲਨ ਦੀ ਸਮਰੱਥਾ ਹੁੰਦੀ ਹੈ, ਇਹੀ ਇੱਕ ਅੰਦੋਲਨ ਦੀ ਕਾਮਯਾਬੀ ਦਾ ਇੱਕ ਤਰੀਕਾ ਹੁੰਦਾ ਹੈ ਕਿ ਤੁਸੀਂ ਹਰ ਗੱਲ ਨੂੰ ਆਪਣੇ ਅੰਦੋਲਨ ਦੀ ਸਟਰੈਂਥ ਲਈ ਤੇ ਦੂਜੇ ਦੇ ਖਿਲਾਫ ਲਈ ਵਰਤ ਸਕੋ। ਇਸੇ ਲਈ ਇਕੱਲਾ ਸਿੰਘੂ ਬਾਰਡਰ, ਟਿਕਰੀ ਬਾਰਡਰ, ਗਾਜੀਪੁਰ ਬਾਰਡਰ ਜਾਂ ਸ਼ਾਹਜਹਾਂਪੁਰ ਨਹੀਂ ਕਾਲੇ ਕਾਨੂੰਨ ਜਿਹੜੇ ਜਲਾਏ, ਇਹ ਪੂਰੇ ਦੇਸ਼ ਦੇ ਕੱਲੇ ਪਿੰਡ, ਸ਼ਹਿਰ ਤੇ ਸਾਰੇ ਕਿਤੇ ਹੀ ਲੋਕਾਂ ਨੇ ਉਹਨਾਂ 'ਚ ਪਾਰਟੀਸਪੇਸ਼ਨ ਜਿਹੜੀ ਕੀਤੀ ਹੈ। ਔਰ ਇਹਦੇ ਨਾਲ 18 ਤਰੀਕ ਨੂੰ ਔਰਤਾਂ ਦੇ ਮਾਮਲੇ ਦੇ ਵਿੱਚ ਔਰਤਾਂ ਨੂੰ ਸਮਰਪਿਤ ਇੱਕ ਵੱਡਾ ਉਹ ਬਣਾਇਆ ਜਾਂਦਾ, ਕਿਉਂਕਿ ਇਸ ਅੰਦੋਲਨ ਦੇ ਵਿੱਚ ਔਰਤਾਂ ਦੀ ਬਹੁਤ ਵੱਡੀ ਭੂਮਿਕਾ ਹੈ। ਬੜੇ ਲੰਮੇ ਸਮੇਂ ਤੋਂ ਪਹਿਲੀ ਵਾਰ ਕਿਸਾਨ ਔਰਤਾਂ ਦੀ ਐਡੀ ਵੱਡੀ ਸ਼ਮੂਲੀਅਤ ਹੈ। ਔਰ ਉਸ ਦਿਨ ਔਰਤਾਂ ਨੂੰ ਇੱਕ ਜਾਗਰੂਕਤਾ ਮੁਹਿੰਮ ਵੀ ਹੋਏਗੀ ਤੇ ਔਰਤ ਆਗੂ ਆਪਣੀ ਗੱਲ ਵੀ ਉਸ ਵੱਡੇ ਪੱਧਰ ਤੇ ਕਰਨਗੀਆਂ। 20 ਤਰੀਕ ਨੂੰ ਫਿਰ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਉਤਸਵ ਆ ਰਿਹਾ ਹੈ, ਉਹਨੂੰ ਉਹਨਾਂ ਨੇ ਸੰਕਲਪ ਦਿਵਸ ਦੇ ਰੂਪ ਦੇ ਵਿੱਚ ਮਨਾਉਣ ਦੀ ਕੋਸ਼ਿਸ਼ ਕੀਤੀ ਹੈ ਜਾਂ ਸੱਦਾ ਦਿੱਤਾ ਹੈ ਜੀ, ਕਿਉਂਕਿ ਉਹ ਦ੍ਰਿੜਤਾ ਦਾ ਸਵਾਲ ਹੋਏਗਾ। ਗੁਰੂ ਗੋਬਿੰਦ ਸਿੰਘ ਨੇ ਜਿਸ ਤਰ੍ਹਾਂ ਸਰਬੰਸ ਕੁਰਬਾਨ ਕਰਕੇ ਇੱਕ ਬੜਾ ਵੱਡਾ, ਇੱਕ ਵਿਲੱਖਣ ਤੇ ਬਹੁਤ ਇਸ ਲੈਵਲ ਦੇ ਇੱਕ ਜਜ਼ਬੇ ਵਾਲਾ ਇਨਸਾਨ ਪੈਦਾ ਕੀਤਾ ਸੀ, ਉਹ ਜਜ਼ਬੇ ਵਾਲਾ ਇਨਸਾਨ ਉਹਨਾਂ 'ਚ ਹੋਰ ਜਜ਼ਬਾ ਉਸ ਲੈਵਲ ਤੇ ਭਰੇਗਾ। ਫਿਰ 26 ਤਰੀਕ ਲਈ ਤਿਆਰੀਆਂ ਜਿਸ ਤਰੀਕੇ ਦੇ ਨਾਲ ਹੋ ਰਹੀਆਂ ਨੇ ਪਿੰਡਾਂ 'ਚ ਤੇ ਆਲੇ ਦੁਆਲੇ ਸਭ ਦੇ ਸਾਹਮਣੇ ਹੈ। ਕੁਐਸਚਨ ਸਭ ਤੋਂ ਬੜਾ ਹੁਣ ਇਹੀ ਹੈ, ਤੇ ਉਸ 15 ਤਰੀਕ ਨੂੰ ਇੱਕ ਮੀਟਿੰਗ ਵੀ ਰੱਖੀ ਹੋਈ ਹੈ ਵੈਸੇ ਤਾਂ ਗਵਰਨਮੈਂਟ ਆਫ ਇੰਡੀਆ ਨੇ, ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਅਸੀਂ ਉਸ ਮੀਟਿੰਗ ਦੇ ਵਿੱਚ ਜਾਵਾਂਗੇ। ਹੁਣ ਪਤਾ ਨਹੀਂ ਅਜੇ ਤੱਕ ਉਹ ਮੀਟਿੰਗ ਦਾ ਫੇਟ ਕੀ ਹੈ, ਕਿ ਉਹ ਹੋਣੀ ਵੀ ਹੈ ਜਾਂ ਨਹੀਂ ਹੋਣੀ ਹੈ। ਔਰ ਸਰਕਾਰੀ ਧਿਰ ਦੇ ਤਾਂ ਕੁਝ ਅਫਸਰ ਇਹ ਕਹਿ ਰਹੇ ਨੇ ਵੀ ਉਸ ਮੀਟਿੰਗ ਦੀ ਹੁਣ ਕੋਈ ਵੈਲਿਊ ਨਹੀਂ ਬਚੀ, ਕਿਉਂਕਿ ਜਦੋਂ ਸੁਪਰੀਮ ਕੋਰਟ ਨੇ ਕਮੇਟੀ ਬਣਾਤੀ ਉਹਦੇ ਕੋਲ ਜਾਓ ਜੀ, ਤਾਂ ਮੀਟਿੰਗ ਦਾ ਕੋਈ ਮਤਲਬ ਨਹੀਂ। ਪਰ ਜੇ ਉਹ ਮੀਟਿੰਗ ਫਿਰ ਵੀ ਹੁੰਦੀ ਹੈ ਤਾਂ ਇੱਕ ਲੈਵਲ ਦੀ ਗੱਲ ਉੱਥੇ ਹੋਏਗੀ, ਸਰਕਾਰ ਕੀ ਕਹਿਣਾ ਚਾਹੁੰਦੀ ਹੈ ਤੇ ਇਹ ਨੇ ਉਹ ਇੱਕ ਗੱਲ 15 ਤਰੀਕ ਦਾ ਇੱਕ ਡੈਮੋਕ੍ਰੈਟਿਕ ਵਿਊ ਸਾਡੇ ਸਾਹਮਣੇ ਹੈਗਾ ਉਹ ਹੈ ਜੋ। ਇਸ ਲਈ ਇਹ ਜਿਹੜਾ ਸਵਾਲ ਸਾਡੇ ਸਾਹਮਣੇ ਆ ਹੁਣ 26 ਤਰੀਕ ਦਾ, 26 ਦਾ ਸਭ ਤੋਂ ਬੜਾ ਇਵੈਂਟ ਹੋਏਗਾ, ਆਪਣੀ ਤਾਕਤ ਦਿਖਾਉਣ ਦਾ ਸਵਾਲ ਹੋਏਗਾ। ਜਥੇਬੰਦੀਆਂ ਇਹ ਕਹਿ ਚੁੱਕੀਆਂ ਨੇ ਅਸੀਂ ਕਿ ਰਾਜਪਥ ਤੇ ਨਹੀਂ ਜਾਣਾ, ਅਸੀਂ ਦੂਜੇ ਪਾਸੇ, ਹਾਲਾਂਕਿ ਇਹ ਵੀ ਉੱਥੇ ਪਟੀਸ਼ਨ ਪਾਈ ਹੋਈ ਹੈ, ਇੱਕ ਨੋਟਿਸ ਕੱਢਿਆ ਜਥੇਬੰਦੀਆਂ ਨੂੰ ਕਿ ਜੀ ਉੱਥੇ ਰੌਲਾ ਪੈ ਜਾਊਗਾ, ਹਿੰਸਾ ਹੋ ਜਾਊਗੀ, ਫਲਾਨਾ ਹੋ ਜਾਏਗੀ। ਪਰ ਇਹਦਾ ਪਿਛੋਕੜ ਸਾਡੇ ਸਾਹਮਣੇ ਹੈ ਕਿ ਜੇ ਸਰਕਾਰ ਨੇ ਪ੍ਰਵੋਕੇਸ਼ਨ ਪੈਦਾ ਨਾ ਕੀਤੀ ਤਾਂ ਹਿੰਸਾ ਦੀ ਗੁੰਜਾਇਸ਼ ਨਹੀਂ ਹੈ, ਕਿਉਂਕਿ ਇਹ ਅੰਦੋਲਨ ਇੰਨੇ ਲੰਮੇ ਸਮੇਂ ਤੋਂ ਸ਼ਾਂਤਮਈ ਹੈ। ਔਰ ਵੈਸੇ ਵੀ ਇਸ ਅੰਦੋਲਨ ਦੀ ਤਾਕਤ ਵੀ ਸ਼ਾਂਤਮਈ ਉਹ ਹੈ, ਜਿਹੜੇ ਕੁਝ ਓਵਰ ਉਤਸ਼ਾਹਤ ਨੌਜਵਾਨ ਨੇ ਜਾਂ ਬਾਕੀ ਸਾਰੇ ਨੇ, ਉਹਨਾਂ ਨੂੰ ਇਸੇ ਭਰੋਸੇਯੋਗਤਾ ਤੇ ਕਾਇਮ ਰਹਿਣਾ ਪਏਗਾ। ਇਸ ਅੰਦੋਲਨ ਦੀ ਜਿੱਤ ਦਾ ਬੁਨਿਆਦੀ ਜਿਹੜਾ ਪਹਿਲੂ ਹੈ ਉਹ ਇਹਨੂੰ ਸ਼ਾਂਤਮਈ ਰੱਖਣ 'ਚ ਤੇ ਤਸ਼ੱਦਦ ਝੱਲਣ ਦੇ ਵਿੱਚ ਹੈ, ਕਿਸੇ ਨਾਲ ਹਿੰਸਾ ਦਾ ਮੌਕਾ ਦੇਣ ਦੇ ਵਿੱਚ ਨਹੀਂ। ਔਰ ਜੇ ਕੋਈ ਹਿੰਸਾ ਦਾ ਮੌਕਾ ਦਿੰਦੇ ਨੇ, ਕੱਲ੍ਹ ਹੀ ਅਜੇ ਇੱਕ ਦਿੱਲੀ ਪੁਲਿਸ ਦਾ ਸਿਪਾਹੀ ਫੜਿਆ ਹੋਇਆ, ਸ਼ਰਾਬ ਪੀਤੀ ਹੈ ਤੇ ਉਹਦੇ ਬੈਲਟ ਵੀ ਹੈ ਤੇ ਉਹਦੇ ਪੇਟੀ ਹੈ, ਤੇ ਸ਼ਰਾਬ ਪੀ ਕੇ ਖਾਲਿਸਤਾਨ ਦੇ ਨਾਅਰੇ ਮਾਰਦੇ 4-5 ਦਾ ਗਰੁੱਪ ਤੁਹਾਡੇ ਸਾਹਮਣੇ ਹੈ। ਕਿਉਂਕਿ ਏਜੰਸੀਆਂ ਆਪਰੇਟ ਉਸ ਤਰ੍ਹਾਂ ਦੀਆਂ ਕਰਦੀਆਂ ਨੇ, ਇਸ ਲਈ ਚੌਕਸੀ ਜਿੰਨੀ ਵੱਡੀ ਪੱਧਰ ਤੇ ਹੋਏਗੀ, ਕਿਸਾਨ ਲੀਡਰਸ਼ਿਪ ਦੀ ਜਿਹੜੀ ਤੇ ਟੋਟਲ ਜਿਹੜੇ ਲੋਕ ਅੰਦੋਲਨ ਦੇ ਵਿੱਚ ਇਨਵੋਲਵ ਨੇ, ਉਹਨਾਂ ਦੀ ਸਾਂਝੀ ਜ਼ਿੰਮੇਵਾਰੀ ਹੈ ਇਹ ਕਿ ਇਸ ਅੰਦੋਲਨ ਨੂੰ ਆਪਾਂ ਸ਼ਾਂਤਮਈ ਰੱਖਣਾ, ਕੋਈ ਹੋਰ ਇਹਦੇ 'ਚ ਵਿਘਨ ਨਾ ਪਾ ਸਕੇ। ਔਰ ਇਸੇ ਕਰਕੇ ਅੰਦੋਲਨ ਲੰਬਾ ਚੱਲੇਗਾ। ਇਸ ਅੰਦੋਲਨ ਦੀ ਆਪਣੀ ਇੱਕ ਸਿਆਸਤ ਵੀ ਇਹੀ ਹੈ ਕਿ ਇਹ ਅੰਦੋਲਨ
ਹਿੰਸਕ ਸਿਆਸਤ ਦੇ ਮੁਕਾਬਲੇ, ਨਫ਼ਰਤੀ ਸਿਆਸਤ ਦੇ ਮੁਕਾਬਲੇ ਇਹ ਮੁਹੱਬਤ, ਮਿਲਵਰਤਨ, ਭਾਈਚਾਰੇ ਤੇ ਪੀਸਫੁਲ ਅੰਦੋਲਨ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਦਿਖਾਈ ਦੇ ਰਿਹਾ ਔਰ ਇਹ ਰਹੇਗਾ ਉਸ ਰੂਪ 'ਚ। ਜੀ, ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਫੇਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।